फिर टेंशन साडी हो जाती है, क्लाइंट की टेंशन घट जाती है, साडी टेंशन वध जाती ਸਾਡੀ है। ਟੈਨਸ਼ਨ ਹੋ ਜਾਂਦੀ इस करके ਜਦੋਂ ਅਸੀਂ ਫੀਸ ਲੈਂਦੇ ਆ ਤੇ ਕਲਾਇੰਟ ਕਈ ਵਾਰੀ ਕਹਿੰਦੇ ਕਿ ਜ਼ਿਆਦਾ ਫੀਸ ਲੈਂਦੇ ਹੋ, ਵੱਧ ਲੈਂਦੇ ਹੋ, ਘੱਟ ਲੈਂਦੇ ਹੋ। ਹਾਂਜੀ ਵਕੀਲ ਨੇ ਤਾਂ ਫੀਸ ਲੈਣੀ ਆ, ਆਪਣੇ ਰਾਤਾਂ ਦੀ ਨੀਂਦ ਖਰਾਬ ਕਰਨੀ। ਬਿਲਕੁਲ। ਔਰ ਇਹ ਸਾਰੀ ਦੀ ਸਾਰੀ ਪ੍ਰੈਕਟਿਸ ਜਿਹੜੀ ਹੈ ਰਿਜ਼ਲਟ ਓਰੀਐਂਟਡ ਹੈਗੀ ਹੈ, ਔਰ ਬੜੇ ਸੂਖਮ ਤਰੀਕੇ ਨਾਲ ਇੱਕ ਰੱਸੀ ਦੇ ਉੱਤੇ ਚੱਲਣ ਵਾਲੀ ਹੈਗੀ ਹੈ। ਤੁਸੀਂ ਗਲਤ ਡਿਫੈਂਸ ਲਈ ਨਹੀਂ ਤੇ ਕੇਸ ਖਰਾਬ ਹੋਇਆ ਨਹੀਂ। ਕੇਸ ਖਰਾਬ ਹੋ ਜਾਣਾ, ਕਿੰਨੀਆਂ ਦੀਆਂ ਜ਼ਿੰਦਗੀਆਂ ਖਰਾਬ ਹੋਣੀਆਂ, ਕੇਸ ਖਰਾਬ ਹੋਣਾ, ਕਿੰਨੇ ਲੋਕਾਂ ਨੇ ਸਰਵਾਈਵ ਕਰਨਾ ਨਾਲ ਕਿਸੇ ਚੀਜ਼। ਨਹੀਂ ਦੇਖੋ ਮੈਂ ਜਿਸ ਤਰ੍ਹਾਂ ਮੈਂ ਅੱਜ ਆਫਿਸ ਬੈਠੀ ਹਾਂ ਤੇ ਮੈਂ ਅੰਦਾਜ਼ਾ ਲਗਾ ਰਹੀ ਹਾਂ ਕਿ ਇਹਨੂੰ ਪੜ੍ਹਨਾ ਵੀ ਕਿੰਨੀਆਂ ਲਾਅ ਦੀਆਂ ਬੁੱਕਸ ਪਈਆਂ 19 ਤੋਂ ਲੈ ਕੇ 18 ਤੋਂ ਵੀ ਸ਼ੁਰੂ ਹੋਈਆਂ ਹੋਈਆਂ ਨਾ 1992 ਤੇ ਇਹ ਬੁੱਕ ਵੀ ਤੇ ਪੜ੍ਹਨੀਆਂ ਪੈਂਦੀਆਂ। ਲੋਕ ਪਤਾ ਨਹੀਂ ਕਿੰਨਾ ਈਜ਼ੀਲੀ ਸਭ ਗੱਲਾਂ ਨੂੰ ਪੈਸੇ ਦੇ ਨਾਲ ਹੀ ਖਤਮ ਕਰ ਦਿੰਦੇ ਕਹਾਣੀ। ਕਿ ਤਾਂ ਮੈਂ ਕਹਿੰਦੀ ਇਹ ਕਹਾਵਤ ਹੀ ਗਲਤ ਬਣੀ ਹੈ ਕਿ ਵਕੀਲ ਤਾਂ ਦੂਰ ਰਹਿਣਾ ਚੰਗਾ। ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਵਕੀਲ ਨੇ ਤੁਹਾਨੂੰ ਤੁਹਾਡੀ ਜਾਨ ਬਚਾਣੀ ਕਿੱਦਾਂ ਹੈ, ਜਾਨ ਬਚਾਣੀ ਕਿੱਦਾਂ। ਹਾਂ ਬਿਲਕੁਲ। ਔਰ ਜਿਹੜਾ ਹੈਗਾ ਨਾ ਵਕੀਲਾਂ ਨੇ ਆਪਣੀ ਰਿਸਪੈਕਟ ਕੁਝ ਆਪ ਵੀ ਗਵਾਈ ਹੈ ਤੇ ਲੋਕਾਂ ਨੂੰ ਵੀ ਥੋੜੀ ਅਕਲ ਦੀ ਕਮੀ ਹੈਗੀ ਹੈ ਕਿ ਜਿਸ ਬੰਦੇ ਨੇ ਤੁਹਾਨੂੰ ਬਚਾਉਣਾ ਹੈਗਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਉਹਦੇ ਨਾਲ ਕਿੱਦਾਂ ਗੱਲ ਕਰਨੀ ਹੈ, ਕਮ ਟੂ ਗੋਡ ਉਹਦੇ ਨਾਲ ਟਰੂ ਰਹਿਣ। ਹਾਂ ਸਾਰੇ ਕਿਸੇ ਚੀਜ਼ ਪਰ ਵੈਸੇ ਟੱਚ ਵੁੱਡ ਆਈ ਐਮ ਵੈਰੀ ਬਲੈਸਡ। ਮੇਰੇ ਕਲਾਇੰਟਸ ਜਿਹੜੇ ਨੇ ਬਹੁਤ ਅੱਛੇ ਨੇ। ਮੇਰੇ ਕਲਾਇੰਟਸ ਨੇ ਹਮੇਸ਼ਾ ਮੈਨੂੰ ਬਹੁਤ ਰਿਸਪੈਕਟ, ਇੱਜ਼ਤ, ਪਿਆਰ ਦਿੱਤਾ ਹੈ। ਔਰ ਅੱਜ ਵੀ ਕੇਸ ਕਿਸੇ ਕਲਾਇੰਟ ਨੇ ਭੇਜਿਆ, ਅੱਜ ਤੋਂ 20 ਸਾਲ ਪਹਿਲਾਂ ਮੈਂ ਕੇਸ ਲੜਿਆ ਸੀ ਉਹਦਾ, ਔਰ ਮੈਂ 307 ਦਾ ਕੇਸ ਸੀਗਾ। ਦੋਨੋਂ ਪਿੰਡ ਦੇ ਬੰਦੇ ਆਪਸ 'ਚ ਦੋ ਪਾਰਟੀਆਂ ਲੜੀ ਜਾ ਰਹੀਆਂ ਸੀ। 15 ਕੇ ਕੇਸ ਇੱਕ ਪਾਰਟੀ ਦੇ ਸੀ, 16 ਕੇ ਕੇਸ ਦੂਜੀ ਪਾਰਟੀ ਦੇ ਸੀਗੇ। ਲੜ ਕੇ ਕਮਲੇ ਹੋ ਗਏ। ਮੈਂ ਉਹਨਾਂ ਦਾ ਬਿਠਾ ਕੇ ਕੰਪਰੋਮਾਈਜ਼ ਕਰਾਤਾ ਕਿ ਕਿਉਂ ਲੜੀ ਜਾ ਰਹੇ ਹੋ। ਤੇ ਜਦੋਂ ਜੱਜ ਸਾਹਿਬ ਨੇ ਪੁੱਛਿਆ ਕਿ ਤੁਹਾਡੇ ਵਕੀਲ ਕਿਹੜੇ ਆ, ਉਹ ਕਹਿੰਦੇ ਮੈਡਮ ਚੱਬਾ। ਦੂਜੇ ਨੂੰ ਪੁੱਛਿਆ ਤੁਹਾਡੇ ਕਿਹੜੇ ਵਕੀਲ ਹੈ, ਕਹਿੰਦਾ ਮੈਡਮ ਚੱਬਾ। ਕਹਿੰਦੇ ਦੋਵਾਂ ਪਾਰਟੀਆਂ ਦੇ ਮੈਡਮ ਚੱਬਾ ਕਿੱਦਾਂ ਵਕੀਲ ਹੋ ਸਕਦੇ? ਇਹ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੈ। ਅੱਛਾ ਜੋ ਅੱਜ ਕੱਲ੍ਹ ਜੋ ਨਵੇਂ ਲਾਅ ਬਣ ਰਹੇ ਨੇ, ਅੱਜ ਨਵਾਂ ਲਾਅ ਹੁਣੇ ਅਨਾਉਂਸ ਹੋਇਆ ਲਾਸਟ ਵੀਕ 21 ਈਅਰ ਏਜ ਲੜਕੀ ਵਾਲਾ, ਤੁਸੀਂ ਉਹਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੋ? ਮੈਂ ਬਿਲਕੁਲ ਸਹਿਮਤ ਨਹੀਂ ਹਾਂ। ਮੈਂ ਹਿੰਦੁਸਤਾਨ ਗਵਰਨਮੈਂਟ ਨੂੰ ਅਪੀਲ ਕਰਨਾ ਚਾਹੁੰਦੀ ਹੈਗੀ ਹਾਂ ਕਿ ਤੁਸੀਂ ਆ ਕੇ ਦੇਖੋ ਗਰਾਊਂਡ ਰੂਟ ਲੈਵਲ ਤੇ, ਜਿਹੜੀ ਗ੍ਰਾਸ ਰੂਟ ਲੈਵਲ ਤੇ ਰਿਐਲਿਟੀ ਕੀ ਹੈਗੀ ਹੈ। ਸਾਡੇ ਪੰਜਾਬ ਦੀਆਂ ਕੁੜੀਆਂ ਤੁਸੀਂ ਦੇਖ ਲਓ। ਪਹਿਲਾਂ ਤਾਂ ਇਹ ਹੈ ਕਿ ਬੱਚੇ ਅੱਜ ਕੱਲ੍ਹ ਹਰ ਹੱਥ ਦੇ ਵਿੱਚ ਮੋਬਾਈਲ ਹੈ। ਬਿਲਕੁਲ। ਉਹ 21 ਸਾਲ ਦੀ ਕੁੜੀ ਜਾਂ 18 ਸਾਲ ਦੀ ਕੁੜੀ ਜੋ ਅੱਜ ਤੋਂ 40 ਸਾਲ ਪਹਿਲਾਂ ਹੁੰਦੀ ਸੀ, ਉਸ ਤਰ੍ਹਾਂ ਦੀਆਂ ਕੁੜੀਆਂ ਨਹੀਂ ਹੈਗੀਆਂ। ਰਾਈਟ। ਮੈਂ ਹਾਲਾਂਕਿ ਆਪ ਇੱਕ NGO ਚਲਾਉਣੀ ਹੈ ਵੂਮਨ ਇੰਪਾਵਰਮੈਂਟ ਦੇ ਵਾਸਤੇ। ਮੇਰੀ NGO ਦਾ ਨਾਮ ਹੈ ਸਵੈਗ, ਸੋਸਾਇਟੀ ਫਾਰ ਵੂਮਨ ਇੰਪਾਵਰਮੈਂਟ ਐਂਡ ਗ੍ਰੀਨ ਕਾਜ਼। ਈਵਨ ਦੈਨ ਮੈਂ ਇਹ ਕਹਿੰਦੀ ਹੈਗੀ ਆ ਕਿ ਲੜਕੀਆਂ ਜਿਹੜੀਆਂ ਹੁਣ 14 ਸਾਲ ਦੀ ਲੜਕੀ ਇੱਕ ਪੂਰੀ ਸਮਝ ਰੱਖਦੀ ਹੈ। ਬਿਲਕੁਲ ਪੂਰੀ ਸਮਝ ਰੱਖਦੀ ਹੈ। ਔਰ ਤੁਸੀਂ ਜਿਹੜਾ 21 ਸਾਲ ਏਜ ਕਰ ਦੋ ਜਾਂ ਇਸ ਤਰ੍ਹਾਂ ਕਰ ਦੋ। ਹੁਣ ਸਾਡੇ ਇੱਕ ਕਾਨੂੰਨ ਪਾਸ ਹੋਇਆ, ਪੌਕਸੋ ਨੂੰ ਕਹਿੰਦੇ ਹੈਗੇ ਆ ਸ਼ਾਰਟ ਵਰਡਸ ਦੇ ਵਿੱਚ, ਪ੍ਰੀਵੈਂਸ਼ਨ ਆਫ ਚਿਲਡਰਨ ਫਰਮ ਸੈਕਸੁਅਲ ਹਰਾਸਮੈਂਟ ਐਕਟ। ਇਸ ਐਕਟ ਦੀ ਇੰਨੀ ਕੁ ਦੁਰਵਰਤੋਂ ਹੋ ਰਹੀ ਹੈ। ਨੋ ਡਾਊਟ ਰੇਪ ਇੱਕ ਬਹੁਤ ਵੱਡੀ ਗੱਲ ਹੈ। ਰੇਪ ਨਾਲ ਇੱਕ ਲੜਕੀ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਬਟ ਸਾਰੀਆਂ ਲੜਕੀਆਂ ਨਾਲ ਰੇਪ ਨਹੀਂ ਹੋ ਰਹੇ ਹੈਗੇ। ਸਾਰੀ ਲੜਕੀਆਂ ਨਾਲ ਰੇਪ ਨਹੀਂ ਹੋ ਰਹੇ। ਬਹੁਤ ਸਾਰੀਆਂ ਲੜਕੀਆਂ ਕੰਸੈਂਟਿੰਗ ਪਾਰਟੀਜ਼ ਵੀ ਹੈਗੀਆਂ ਨੇ। ਪਰ ਸਾਡਾ ਕਾਨੂੰਨ ਇਹ ਕਹਿੰਦਾ ਹੈਗਾ ਕਿ 18 ਸਾਲ ਤੋਂ ਘੱਟ ਇੱਕ ਲੜਕੀ ਜਿਹੜੀ ਹੈ ਉਹਦੇ ਨਾਲ ਅਗਰ ਉਹਨੇ ਆਪਣੀ ਮਰਜ਼ੀ ਨਾਲ ਵੀ ਅਗਰ ਸੰਬੰਧ ਬਣਾਏ ਨੇ ਤਦ ਵੀ ਉਹ ਰੇਪ ਦੀ ਕੈਟਾਗਰੀ 'ਚ ਆਉਂਦੀ ਹੈ। ਹੁਣ ਤੁਸੀਂ ਦੇਖੋ, ਜੇ ਉਹਨੇ ਆਪਣੀ ਮਰਜ਼ੀ ਨਾਲ ਕਿਸੇ ਨਾਲ ਸੰਬੰਧ ਬਣਾਏ ਨੇ 18 ਸਾਲ ਤੋਂ ਘੱਟ ਲੜਕੀ ਨਾਲ, ਤੇ ਉਹ ਜਿਹੜਾ ਲੜਕਾ ਉਹ ਵੀ ਤਾਂ 18-19 ਸਾਲ ਦਾ ਹੀ ਹੋਏਗਾ। ਰਾਈਟ। ਸੋ ਇੱਕ ਜਿਹੜੀ ਇਮੋਸ਼ਨੈਲਿਟੀ ਹੈ ਉਹਨੂੰ ਸਮਝਣ ਦੀ ਬਜਾਏ ਉਹਨੂੰ ਕਾਨੂੰਨ ਦੀਆਂ ਪਚੀਦਗੀਆਂ ਦੇ ਵਿੱਚ ਇੰਨਾ ਕੁ ਜਕੜ ਦੋ ਕਿ ਉਸ ਬੱਚੇ ਦੀ ਵੀ ਤਾਂ ਮੈਂਟਲ ਸਾਈਕੋਲੋਜੀ ਖਰਾਬ ਹੋ ਗਈ। ਜਦੋਂ ਤੁਸੀਂ ਉਹਨੂੰ 10 ਸਾਲ ਦੀ ਸਜ਼ਾ ਕਰ ਦਿੱਤੀ, ਜਦੋਂ ਤੁਸੀਂ ਉਹਨੂੰ ਪੁਲਿਸ ਸਟੇਸ਼ਨ ਲਿਜਾ ਕੇ ਮਾਰਿਆ ਕੁੱਟਿਆ, ਜਦੋਂ ਤੁਸੀਂ ਉਹਨੂੰ ਸਜ਼ਾ ਕਰਤੀ 10 ਸਾਲ ਦੀ, ਤੇ ਉਹ ਬੰਦਾ ਕੱਲ ਨੂੰ ਜੇਲ੍ਹ ਚੋਂ ਬਾਹਰ ਆਏਗਾ ਤੇ ਕੀ ਉਹ ਸੀਰੀਅਲ ਕਿਲਰ ਨਹੀਂ ਬਣੇਗਾ? ਹਾਂ ਬਿਲਕੁਲ। ਉਹ ਆ ਕੇ ਹੋਰ ਲੜਕੀਆਂ ਨੂੰ ਮਾਰੇ ਕੁੱਟੇਗਾ ਨਹੀਂ ਕਿ ਇੱਕ ਲੜਕੀ ਕਰਕੇ ਮੇਰੀ ਜ਼ਿੰਦਗੀ ਖਰਾਬ ਹੋਈ ਹੈ। ਸੋ ਜਦੋਂ ਵੀ ਕੋਈ ਕਾਨੂੰਨ ਬਣਦਾ ਹੈ, ਮੈਂ ਤਾਂ ਚੀਫ ਜਸਟਿਸ ਸਾਹਿਬ ਨੂੰ ਵੀ ਇੱਕ ਲੈਟਰ ਲਿਖੀ ਹੈਗੀ, ਚੀਫ ਜਸਟਿਸ ਆਫ ਇੰਡੀਆ ਨੂੰ, ਕਿ ਜਦੋਂ ਵੀ ਕੋਈ ਕਾਨੂੰਨ ਬਣਦਾ ਹੈਗਾ ਸਾਈਕੋਲੋਜਿਸਟ ਨੂੰ ਵੀ ਨਾਲ ਜਿਹੜਾ ਹੈਗਾ ਵਿੱਚ ਇਨਵੋਲਵ ਕੀਤਾ ਜਾਵੇ ਕੋਈ ਕਾਨੂੰਨ ਬਣਾਉਣ ਤੋਂ ਪਹਿਲਾਂ। ਹੁਣ ਜਦੋਂ ਮੈਂ ਕ੍ਰਿਮੀਨਲ ਲਾਇਰ ਹਾਂ, ਮੈਂ ਪੌਕਸੋ ਦੇ ਕੇਸਿਸ ਲੜਦੀ ਹਾਂ, ਮੈਂ ਜੱਜਿਸ ਨੂੰ ਵੀ ਮਹਿਸੂਸ ਕਰਦੀ ਹਾਂ ਕਿ ਜਿਹੜੇ ਸਪੈਸ਼ਲ ਕੋਰਟ ਦੇ ਜੱਜਿਸ ਨੇ ਉਹ ਵੀ ਫੀਲ ਕਰਦੇ ਨੇ ਕਿ ਮੈਡਮ ਦੇਖੋ, ਜਿਹੜੇ ਹੁਣ ਮੁੰਡੇ ਨੂੰ ਅਸੀਂ 10 ਸਾਲ ਦੀ ਸਜ਼ਾ ਕਰ ਰਹੇ ਹਾਂ, ਉਹ ਮੁੰਡਾ ਵੀ ਤੇ ਵਿਚਾਰਾ 19-20 ਸਾਲ ਦਾ ਹੈਗਾ, ਤੇ ਲੜਕੀ ਦੇ 2 ਚਪੇੜਾ ਖਾ ਕੇ ਤੇ ਘਰ ਬੈਠ ਗਈ। ਹੁਣ ਪੌਕਸੋ ਕੀ ਹੈ? ਪੌਕਸੋ ਕੀ ਕਹਿੰਦਾ ਹੈਗਾ? ਪੌਕਸੋ ਇਹ ਕਹਿੰਦਾ ਹੈਗਾ ਕਿ ਮੰਨ ਲਓ ਸਕੂਲ 'ਚ ਦੋਨੋਂ ਬੱਚੇ ਪੜ੍ਹ ਰਹੇ ਨੇ, ਲੜਕੀ ਜਿਹੜੀ ਹੈ ਉਹ 8th ਕਲਾਸ 'ਚ ਹੈ, ਲੜਕਾ 10th ਵਿੱਚ ਆ, ਥੋੜ੍ਹਾ ਜਿਹਾ ਵੱਡਾ ਹੈ ਉਹਦੇ ਤੋਂ, ਠੀਕ ਹੈ। ਔਰ ਉਸ ਤੋਂ ਬਾਅਦ ਕੀ ਹੈ ਕਿ ਦੋਨਾਂ ਦੇ ਆਪਸ 'ਚ
ਲਵ ਅਫੇਅਰ ਹੋ ਗਿਆ। ਲਵ ਅਫੇਅਰ ਤੋਂ ਬਾਅਦ ਮੰਨ ਲਓ ਉਹ ਕਿਸੇ ਇੱਕ ਜਗ੍ਹਾ ਇਕੱਠੇ ਬੈਠੇ ਪਕੜੇ ਗਏ ਜਾਂ ਪਕੜੇ ਗਏ ਮੰਨ ਲਓ। ਲੜਕੀ ਅਗਰ ਕਹੇਗੀ ਨਾ ਕਿ ਮੈਂ ਆਪਣੀ ਮਰਜ਼ੀ ਨਾਲ ਇਹਦੇ ਨਾਲ ਬੈਠੀ ਹਾਂ ਤੇ ਉਹਦੀ ਸਹਿਮਤੀ ਮੰਨੀ ਨਹੀਂ ਜਾਣੀ। ਅੱਛਾ ਹਾਂ ਕਿਉਂਕਿ ਉਹ ਤਾਂ ਚਾਈਲਡ ਦੀ ਕੈਟਾਗਰੀ ਚ ਆਈ ਨਾ 18 ਸਾਲ, ਉਹ ਤਾਂ ਚਾਈਲਡ ਕੈਟਾਗਰੀ ਚ ਹੈ। ਲੜਕੀ ਅਗਰ ਕਹੇਗੀ ਨਾ ਮੈਂ ਆਪਣੀ ਮਰਜ਼ੀ ਨਾਲ ਇਹਦੇ ਕੋਲ ਬੈਠੀ ਹਾਂ ਜਾਂ ਮੈਂ ਆਪਣੀ ਮਰਜ਼ੀ ਨਾਲ ਹੋਟਲ 'ਚ ਬੈਠ ਕੇ ਤੇ ਚਾਹ ਪੀ ਰਹੀ ਹਾਂ ਇਹਦੇ ਨਾਲ, ਉਹ ਮੰਨੀ ਨਹੀਂ ਜਾਣੀ, ਉਹ ਚਾਈਲਡ ਦੀ ਕੈਟਾਗਰੀ ਚ ਆ ਗਈ ਹੈ ਤੇ ਉਹ ਸੈਕਸੁਅਲ ਹਰਾਸਮੈਂਟ ਦੇ ਵਿੱਚ ਉਹ ਕੇਸ ਆ ਜਾਂਦਾ ਹੈਗਾ। ਔਰ ਅਨਲੈਸ ਐਂਡ ਅੰਟਿਲ ਕੋਈ ਕੰਪਰੋਮਾਈਜ਼ ਹੋ ਜਾਏ ਜਾਂ ਉਹਦੇ ਪੇਰੈਂਟਸ ਜਿਹੜੇ ਆ ਕਹਿ ਦੇਣ ਕਿ ਵੀ ਨਹੀਂ ਇਹ ਗਲਤ ਪਰਚਾ ਹੋਇਆ ਤਦ ਹੀ ਬਚਾ, ਅਦਰਵਾਈਜ਼ ਲੜਕੇ ਨੂੰ 100% 10 ਸਾਲ ਦੀ ਸਜ਼ਾ ਹੋਣੀ। ਹੁਣ ਲੜਕੇ ਦੀ ਕਿੰਨੀ ਕੁ ਉਮਰ, ਲੜਕਾ 19 ਸਾਲ ਦਾ ਹੋਏਗਾ, 20 ਸਾਲ ਦਾ ਹੋਏਗਾ ਵੱਧ ਤੋਂ ਵੱਧ। ਜੇ ਉਹ ਜੁਵੇਨਾਈਲ ਹੈ ਤਦ ਵੀ ਉਹ ਕਿੰਨੇ ਕੁ ਵੱਡੇ 18 ਸਾਲ ਤੋਂ ਘੱਟ ਹੋਏਗਾ। ਪਰ ਉਹਦੀ ਸਾਈਕੋਲੋਜੀ ਖਰਾਬ ਹੋ ਗਈ ਜਦੋਂ ਉਹਨੂੰ 10 ਸਾਲ ਦੀ ਸਜ਼ਾ ਮਿਲ ਗਈ। ਜਦੋਂ ਉਹਦੀ ਸਾਈਕੋਲੋਜੀ ਖਰਾਬ ਹੋ ਗਈ, ਜਦੋਂ ਵੀ ਉਹ ਜੇਲ੍ਹ ਚੋਂ ਬਾਹਰ ਆਏਗਾ ਉਹ ਸੀਰੀਅਲ ਕਿਲਰ ਬਣੇਗਾ। ਇਸ ਐਂਗਲ ਨੂੰ ਸਾਡੀਆਂ ਗਵਰਨਮੈਂਟਸ ਨੂੰ ਸਮਝਣਾ ਚਾਹੀਦਾ ਹੈਗਾ ਕਿ ਜਦੋਂ ਵੀ ਕੋਈ ਕੇਸ, ਸਾਡੇ ਹੁਣ ਪੁਲਿਸ ਆਫੀਸ਼ੀਅਲਸ ਵੀ ਮੈਨੂੰ ਰੋਜ਼ ਮਿਲਦੇ ਨੇ, ਕਹਿੰਦੇ ਮੈਡਮ ਸਾਡੇ ਹੱਥ ਵੱਜੇ ਹੋਏ ਨੇ, ਸਾਨੂੰ FIR ਦਰਜ ਕਰਨੀ ਪੈਂਦੀ ਹੈ ਕਿਉਂਕਿ ਸਾਨੂੰ ਉੱਪਰੋਂ ਬੜਾ ਪ੍ਰੈਸ਼ਰ ਹੈ। ਸਾਨੂੰ ਆਨਰੇਬਲ ਸੁਪਰੀਮ ਕੋਰਟ, ਹਾਈ ਕੋਰਟ ਤੋਂ ਬੜਾ ਪ੍ਰੈਸ਼ਰ ਹੈਗਾ ਜੀ, ਪੌਕਸੋ ਕੇਸਿਸ ਦੇ ਵਿੱਚ ਜਿਹੜਾ ਹੈਗਾ ਬੰਦਾ ਅੰਦਰ ਕਰ ਦਿਓ, ਇਹ ਕਰ ਦਿਓ। ਔਰ ਪਿੰਡਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਮਾਹੌਲ ਖਰਾਬ ਹੋਇਆ, ਸਾਡੀ ਸਾਰੀ ਪੁਲਿਸ ਜਿਹੜੀ ਹੈ ਪੌਕਸੋ ਕੇਸਿਸ ਨੂੰ ਡੀਲ ਕਰਨ ਦੀ ਲੱਗੀ ਹੈ। ਤੁਸੀਂ ਉਹਨਾਂ ਬੱਚਿਆਂ ਦੀ ਸਾਈਕੋਲੋਜੀ ਦੇਖੋ ਕਿੰਨੀ ਖਰਾਬ ਹੋਈ ਹੈ। ਮੈਂ ਸਾਰੇ ਕਾਲਜ ਸਕੂਲ ਦੇ ਬੱਚਿਆਂ ਨੂੰ ਇਸ ਇੰਟਰਵਿਊ ਰਾਹੀਂ ਆਗਾਹ ਕਰਨਾ ਚਾਹੁੰਦੀ ਹਾਂ ਕਿ ਬੱਚੋ ਪਹਿਲਾਂ ਤਾਂ ਰਿਲੇਸ਼ਨ ਬਣਾਓ ਕੋਈ ਨਾ, ਪਹਿਲਾਂ ਆਪਣੀ ਪੜ੍ਹਾਈ ਵੱਲ ਧਿਆਨ ਦਿਓ, ਆਪਣੀ ਪੜ੍ਹਾਈ ਵੱਲ ਧਿਆਨ ਦਿਓ। ਜਦੋਂ ਤੱਕ ਤੁਸੀਂ ਕੋਈ ਕੈਰੀਅਰ ਬਣਾ ਨਾ ਲਓ ਤਦ ਤੱਕ ਕਿਸੇ ਲੜਕੀ ਨਾਲ ਕੋਈ ਰਿਲੇਸ਼ਨ ਨਾ ਰੱਖੋ, ਕਿਉਂਕਿ ਲੜਕੀਆਂ ਨੂੰ ਨਹੀਂ ਪਤਾ ਹੈਗਾ ਕਿ ਜੇ ਉਹ ਤੁਹਾਡੇ ਨਾਲ ਬੈਠ ਕੇ ਚਾਹ ਪੀ ਲੈ ਰਹੀਆਂ ਜਾਂ ਤੁਹਾਡੇ ਨਾਲ ਰਿਲੇਸ਼ਨ ਬਣਾ ਕੇ ਤੁਹਾਡੇ ਨਾਲ ਕੋਈ ਜਿਹੜਾ ਹੈਗਾ ਤੁਸੀਂ ਹੱਗ ਵੀ ਕਰ ਲੈਂਦੇ ਹੋ ਕਿਸੇ ਨੂੰ ਤੇ ਉਹ ਵੀ ਆਫੈਂਸ ਹੈ। ਮੈਡੀਕਲ ਵੀ ਨਹੀਂ ਚਾਹੀਦਾ ਪੌਕਸੋ ਦੇ ਵਿੱਚ ਕਿ ਤੁਹਾਡਾ ਰੇਪ ਹੋਇਆ ਕਿ ਨਹੀਂ ਹੋਇਆ, ਮੈਡੀਕਲ ਵੀ ਨਹੀਂ ਚਾਹੀਦਾ। ਹਾਂਜੀ ਇਹ ਹੁਣ ਚੇਂਜ ਹੋਇਆ, ਪਹਿਲੇ ਤਾਂ ਮੈਡੀਕਲ ਹਾਂ ਮੈਡੀਕਲ ਵੀ ਨਹੀਂ ਚਾਹੀਦਾ। ਜੇ ਲੜਕੀ ਨੇ ਕਹਿ ਦਿੱਤਾ ਨਾ, ਔਰ ਲੜਕੀ ਨੂੰ ਕਹਿਣ ਲਈ ਵੀ ਜਿਹੜੇ ਆ ਉਹ ਪਿੰਡ ਚੋਂ 10 ਬੰਦੇ ਉੱਠ ਪੈਂਦੇ ਨੇ ਬਿਆਨ ਲਿਖਾਉਣ ਦੇ ਲਈ, ਲੜਕੀ ਨੂੰ ਪਤਾ ਹੀ ਨਹੀਂ ਹੁੰਦਾ ਬਿਆਨ ਕੀ ਲਿਖਾਇਆ ਹੈਗਾ। ਅੱਛਾ ਲੜਕੀ ਆਪਣੇ ਬਿਆਨਾਂ ਤੋਂ ਮੁੱਕਰ ਵੀ ਜਾਵੇ ਤਦ ਵੀ ਜਿਹੜਾ ਹੈਗਾ ਉਹ ਆਫੈਂਸ ਐਜ਼ ਇਟ ਇਜ਼ ਰਹਿ ਜਾਂਦਾ ਕਿਉਂਕਿ ਉਹ ਤਾਂ ਮਾਈਨਰ ਹੈ। ਮਾਈਨਰ ਦੀ ਨਾ ਕੰਸੈਂਟ ਮੰਨੀ ਜਾਣੀ ਹੈ ਨਾ ਉਹਦੀ ਨਾਨ ਕੰਸੈਂਟ ਮੰਨੀ ਜਾਣੀ, ਅਨਲੈਸ ਐਂਡ ਅਨਟਿਲ ਉਹਦੇ ਪੇਰੈਂਟਸ ਵੀ ਕੰਪਰੋਮਾਈਜ਼ ਕਰ ਲੈਣ। ਔਰ ਲੋਕਾਂ ਨੇ ਅੱਜ ਕੱਲ੍ਹ ਬੁਰਾ ਨਾ ਮਨਾਣਾ ਵਪਾਰ ਵੀ ਬਣਾ ਲਿਆ, ਪੈਸੇ ਲੈ ਕੇ ਗਵਾਈਆਂ ਤੋਂ ਬੈਠਦੇ ਨੇ ਬਿਲਕੁਲ, ਤੇ ਉਹ ਵਪਾਰ ਬਣਾ ਕੇ ਤੇ ਪੈਸੇ ਲੈ ਕੇ ਤੇ ਫਿਰ ਗਵਾਹੀ ਤੋਂ ਬੈਠ ਜਾਂਦੇ ਆ ਕਿ ਨਹੀਂ ਨਹੀਂ ਇਹ ਮੂੰਹ ਬੱਧਾ ਹੋਇਆ ਸੀ, ਅਸੀਂ ਪਛਾਣਿਆ ਨਹੀਂ, ਗਲਤ ਪਰਚਾ ਹੋ ਗਿਆ, ਇਹ ਹੈ ਉਹ ਵਗੈਰਾ ਵਗੈਰਾ। ਸੋ ਬੜਾ ਗੰਦਾ ਵਿਸ਼ੇਸ਼ ਸਰਕਲ ਬਣ ਗਿਆ ਹੈਗਾ। ਸਾਨੂੰ ਆਪਣੇ ਬੱਚਿਆਂ ਨੂੰ, ਸਾਨੂੰ ਆਪਣਾ, ਮੈਂ ਕਹਿੰਦੀ ਹੁੰਦੀ ਸਾਨੂੰ ਆਪਣੇ ਜਿਹੜੇ ਪੁੰਗਰੇ ਵੇਲੇ ਜਿਹੜੇ ਨਾ ਉਹਨਾਂ ਨੂੰ ਸਾਂਭਣਾ ਚਾਹੀਦਾ ਹੈਗਾ। ਪੁੰਗਰੇ ਵੇਲੇ ਇਹ ਸਾਡੇ ਜਿਹੜੇ ਬੱਚੇ ਨੇ, ਸਾਡੇ ਇਹ ਪਨੀਰੀਆਂ ਹੀ ਨੇ, ਸਾਡੇ ਪੁੰਗਾਰਾ ਹੀ ਹੈਗਾ। ਅਸੀਂ ਆਪਣੇ ਅੱਜ ਪੁੰਗਾਰੇ ਨੂੰ ਨਾ ਸੰਭਾਲਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਹਾਲਾਤ ਹੋਰ ਖਰਾਬ ਹੋ ਜਾਣੇ ਨੇ। ਪਹਿਲਾਂ ਅਸੀਂ ਆਪਣੇ ਪੁੰਗਾਰੇ ਨੂੰ ਨਸ਼ਿਆਂ ਤੋਂ ਨਹੀਂ ਬਚਾ ਸਕੇ, ਹੁਣ ਅਸੀਂ ਆਪਣੇ ਪੁੰਗਾਰੇ ਨੂੰ ਪੌਕਸੋ ਤੋਂ ਨਹੀਂ ਬਚਾ ਪਾ ਰਹੇ ਹੈਗੇ। ਸੋ ਇਸ ਕਰਕੇ ਸਾਨੂੰ ਇਹ ਵਿਜੀਲੈਂਟ ਹੋਣਾ ਪਊਗਾ। ਲੜਕਿਆਂ ਨੂੰ ਵੀ ਮੇਰੀ ਹਦਾਇਤ ਹੈ, ਲੜਕੀਆਂ ਨੂੰ ਵੀ ਮੇਰੀ ਹਦਾਇਤ ਹੈ ਕਿ ਜਦ ਤੱਕ ਉਹ 18 ਟੱਪ ਨਾ ਜਾਣ, 20 ਸਾਲ ਟੱਪ ਨਾ ਜਾਣ, ਤਦ ਤੱਕ ਕਿਸੇ ਨਾਲ ਕੋਈ ਰਿਲੇਸ਼ਨ ਨਾ ਰੱਖਣ, ਕੋਈ ਰਿਲੇਸ਼ਨ ਨਾ ਰੱਖਣ ਕਿਸੇ ਨਾਲ, ਕੋਈ ਸਿਰਫ ਔਰ ਸਿਰਫ ਆਪਣੀ ਪੜ੍ਹਾਈ ਵੱਲ ਧਿਆਨ ਦੇਣ। ਹਜ਼ਾਰਾਂ ਹੀ ਲੜਕਿਆਂ ਦਾ ਕੈਰੀਅਰ ਖਰਾਬ ਹੋ ਗਿਆ, ਉਹਨਾਂ ਤੇ ਪੌਕਸੋ ਦੇ ਪਰਚੇ ਦਰਜ ਹੋ ਗਏ ਨੇ ਔਰ ਉਹਨਾਂ ਨੂੰ ਸਜ਼ਾਵਾਂ ਹੋ ਚੁੱਕੀਆਂ ਨੇ, ਉਹਨਾਂ ਦੇ ਜਿਹੜਾ ਹੈਗਾ ਬਲੈਕ ਲਿਸਟਡ ਹੋ ਚੁੱਕੇ ਨੇ, ਉਹ ਬਾਹਰ ਨਹੀਂ ਜਾ ਸਕਦੇ, ਫੋਰਨ ਨਹੀਂ ਜਾ ਸਕਦੇ, ਕੁਝ ਨਹੀਂ ਹੋ ਸਕਦਾ। ਵੀ ਹਾਂ ਉਹਨਾਂ ਤੇ ਕ੍ਰਿਮੀਨਲ ਬਣ ਗਿਆ, ਉਹਨਾਂ ਨੂੰ ਗਵਰਨਮੈਂਟ ਜੌਬ ਨਹੀਂ ਮਿਲ ਸਕਦੀ ਪੌਕਸੋ ਦੇ ਅੰਡਰ। ਅੱਛਾ ਗਵਰਨਮੈਂਟ ਜੌਬ ਦੀ ਵੀ ਪਾਬੰਦੀ ਲੱਗ ਜਾਂਦੀ ਹੈ? ਬਿਲਕੁਲ, ਉਹ ਹਰ ਤਰ੍ਹਾਂ ਕਿਉਂਕਿ ਬਲੈਕ ਲਿਸਟਡ ਹੋ ਜਾਂਦੇ ਨੇ। ਅੱਛਾ ਇਹ ਮੋਰਲ ਟਰਪੀਚੂਡ ਦੇ ਵਿੱਚ ਆਉਂਦਾ ਨਾ ਕੇਸ। ਮੋਰਲ ਟਰਪੀਚੂਡ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਕਲੀਨ ਰਿਕਾਰਡ ਹੋਏਗਾ ਤਾਂ ਤੁਹਾਨੂੰ ਗਵਰਨਮੈਂਟ ਜੌਬ ਮਿਲਣੀ, ਨਹੀਂ ਤਾਂ ਨਹੀਂ ਮਿਲਣੀ। NDPS ਦੀ FIR ਦਰਜ ਹੋ ਜਾਂਦੀ ਹੈ, ਤੁਹਾਡੇ ਕੋਲ 5 ਗ੍ਰਾਮ ਹੈਰੋਇਨ ਵੀ ਫੜੀ ਜਾਂਦੀ ਹੈ, ਤਦ ਵੀ ਤੁਹਾਨੂੰ ਜਿਹੜਾ ਹੈਗਾ ਗਵਰਨਮੈਂਟ ਜੌਬ ਨਹੀਂ ਮਿਲ ਸਕਦੀ। ਬਹੁਤ ਸਾਰੀਆਂ ਚੀਜ਼ਾਂ ਮੈਨੂੰ ਆ ਛਾਪ ਨਵੀਆਂ ਪਤਾ ਹਾਂ, ਇਸ ਕਰਕੇ ਕਿਉਂਕਿ ਸਾਨੂੰ ਲਾਅ ਬਾਰੇ ਜਾਣਕਾਰੀਆਂ ਦਿੱਤੀਆਂ ਹੀ ਨਹੀਂ ਜਾਂਦੀਆਂ ਨਾ ਅਸਲ ਦੇ ਵਿੱਚ। ਹਾਂ, ਇਸ ਕਰਕੇ ਸਾਰੇ ਬੱਚਿਆਂ ਨੂੰ ਹਦਾਇਤ ਹੈਗੀ ਹੈ ਕਿ ਕੋਈ ਕਿਤੇ ਕੋਈ ਰਿਲੇਸ਼ਨ ਨਾ ਬਣਾਉਣ ਕਿਉਂਕਿ ਲੜਕੀ ਦੀ ਕੰਸੈਂਟ ਮੰਨੀ ਨਹੀਂ ਜਾਣੀ। ਤੁਸੀਂ ਜਿੰਨੇ ਮਰਜ਼ੀ WhatsApp ਮੈਸੇਜ ਦਿਖਾ ਦਿਓ ਕਿ ਇਹ ਤਾਂ ਮੈਨੂੰ ਆਪ ਮੈਸੇਜ ਕਰਦੀ ਸੀ, ਇਹ ਤਾਂ ਮੈਨੂੰ ਆਪ ਕਹਿੰਦੀ ਸੀ ਕਿ ਆਪਾਂ ਘਰੋਂ ਦੌੜ ਜਾਈਏ, ਇਹ ਤਾਂ ਮੈਨੂੰ ਆਪ ਨਾਲ ਲੈ ਕੇ ਗਈ ਹੈ ਤੇ ਸਟੇਸ਼ਨ ਤੇ ਮੇਰੇ ਨਾਲ ਬੈਠ ਕੇ ਗਈ, ਜੋ ਮਰਜ਼ੀ ਤੁਸੀਂ ਕਹਿ ਦਿਓ, ਉਹ 18 ਸਾਲ ਤੋਂ ਘੱਟ ਹੈ, ਉਹਦੀ ਕੰਸੈਂਟ ਮੰਨੀ ਨਹੀਂ ਜਾਣੀ। ਹਾਂ, ਮੰਨੀ ਨਹੀਂ ਜਾਣੀ ਕੰਸੈਂਟ। ਹਾਂਜੀ, ਐਗਰੀ, ਮੈਂ ਤੇ ਚੀਜ਼ ਚਾਹੀਦੀ। ਇਸ ਕਰਕੇ ਉਹ ਸਜ਼ਾ ਹੋ ਜਾਂਦੀ ਹੈਗੀ ਹੈ ਤੇ ਉਹਦੇ ਤੋਂ ਬਚ ਕੇ ਰਹੋ। ਇੱਕ ਅਸੀਂ ਇਹ ਤੇ ਬੜੀ ਜ਼ਰੂਰੀ ਇਨਫੋਰਮੇਸ਼ਨ ਹੈ, ਮੈਂ ਸਾਰੇ ਚੈਨਲ ਦੇਖਣ ਵਾਲਿਆਂ ਨੂੰ ਕਹਾਂਗੀ ਕਿ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਸ਼ੇਅਰ ਕਰਨਾ ਕਿਉਂਕਿ ਇਹ ਵੀ ਇੱਕ ਸਾਡੀ ਸੋਸ਼ਲ ਡਿਊਟੀ ਹੈ
ਕਿ ਅਸੀਂ ਜਿਹੜੀਆਂ ਗੱਲਾਂ ਨਵੀਆਂ ਹੈ, ਜੋ ਗੱਲਾਂ ਸਾਨੂੰ ਨਹੀਂ ਪਤਾ, ਔਰ ਮੈਂ ਖੁਦ ਕਹਿੰਦੀ ਹਾਂ ਕਿ ਮੈਂ ਇੰਨੀਆਂ ਕਿਤਾਬਾਂ ਪੜ੍ਹਨ ਵਾਲੀਆਂ ਲਾਅ ਬਾਰੇ ਅਜੇ ਮੈਂ ਵੀ ਪੂਰੀ ਜਾਣਕਾਰੀ ਨਹੀਂ ਰੱਖਦੀ। ਉਹ ਕੋਈ ਅੱਛੀ ਲਾਇਰ ਹੀ ਤੁਹਾਨੂੰ ਦੱਸ ਸਕਦੀ ਹੈ ਜੋ ਤੁਹਾਡੇ ਜੀਵਨ ਦੇ ਉੱਤੇ ਖਾਸ ਤੌਰ 'ਤੇ ਆਉਂਦੀਆਂ ਗੱਲਾਂ, ਉਹਦੇ ਲਈ ਤੁਸੀਂ ਕਿਵੇਂ ਬਚਣਾ ਹੈ ਤੇ ਉਹਦੇ ਲਈ ਕਿਸ ਤਰ੍ਹਾਂ ਆਪਣਾ ਬਚਾਅ ਕਰਨਾ ਹੈ। ਅੱਛਾ, ਇੱਕ ਅਸੀਂ ਹੋਰ ਵੀ ਤੁਸੀਂ ਕੇਸ ਅਸੀਂ ਦੇਖ ਰਹੇ ਹਾਂ ਅੱਜ ਕੱਲ੍ਹ ਕਿ ਜਿਹੜੇ ਫੌਜੀਆਂ ਦੇ ਉੱਤੇ ਵੀ ਆ ਕੋਈ ਐਸਾ ਜਿਹੀਆਂ ਸਮੱਸਿਆਵਾਂ ਉਹਨਾਂ ਨੂੰ ਵੀ ਰਿਟਾਇਰਮੈਂਟ ਤੋਂ ਬਾਅਦ ਚੱਲਣੀਆਂ ਪੈ ਰਹੀਆਂ। ਦੇਖੋ ਉਹ ਵੀ ਨਾ ਸਾਡੇ ਸਮਾਜ ਦੇ ਵਿੱਚ ਕਿਸੇ ਨੂੰ ਵੀ ਸਾਈਕੋਲੋਜੀਕਲ ਪ੍ਰੋਬਲਮ ਆਵੇ ਨਾ ਤੇ ਉਹ ਦੱਸਦਾ ਹੀ ਨਹੀਂ। ਹਾਂ, ਔਰ ਸਾਈਕੋਲੋਜੀਕਲ ਲੋਕ ਅੱਜ ਵੀ ਉਹਨੂੰ ਪਾਗਲਪਨ ਦੀ ਕੈਟਾਗਰੀ 'ਚ ਲੈ ਆਉਂਦੇ। ਔਰ ਮੈਂ ਆਰਮੀ ਅਥਾਰਟੀਜ਼ ਨੂੰ ਵੀ ਜਿਹੜੀ ਹੈ ਉਹ ਅਪੀਲ ਕਰਦੀ ਹਾਂ ਕਿ ਜਦੋਂ ਵੀ ਕਿਸੇ ਫੌਜੀ ਨੂੰ ਰਿਟਾਇਰ ਕਰਕੇ ਘਰ ਭੇਜਦੇ ਆ, ਪਹਿਲਾਂ ਉਹਦੀ ਕਾਉਂਸਲਿੰਗ ਕਰਕੇ ਘਰ ਭੇਜਣ ਉਹਨੂੰ। ਉਹਦੀ ਕਾਉਂਸਲਿੰਗ ਕੀਤੇ ਬਗੈਰ ਉਹਨੂੰ ਘਰ ਭੇਜ ਦਿੱਤਾ ਜਾਂਦਾ ਹੈਗਾ, ਜਿਹਦੇ ਨਾਲ ਕੀ ਹੁੰਦਾ ਕਿ ਜਦੋਂ ਉਹ ਸੋਸ਼ਲੀ ਇੱਥੇ ਮੂਵ ਕਰਦਾ ਹੈਗਾ ਤੇ ਉਹਨੂੰ ਪਤਾ ਹੀ ਨਹੀਂ ਹੈ ਕਿ ਕਿੱਥੇ ਕਿੱਥੇ ਉਹਦੇ ਨਾਲ ਧੋਖੇ ਹੋ ਰਹੇ ਨੇ ਜਾਂ ਕਿੱਥੇ ਕਿੱਥੇ ਉਹਨੂੰ ਤੰਗੀਆਂ ਆ ਰਹੀਆਂ ਨੇ। ਹੁਣ ਜਦੋਂ ਵੀ ਕੋਈ ਫੌਜੀ ਰਿਟਾਇਰ ਹੁੰਦਾ ਉਹਨੂੰ ਆਰਮੀ ਅਥਾਰਟੀਜ਼ 35-40 ਲੱਖ ਰੁਪਈਆ ਪੈਨਸ਼ਨ ਔਰ ਗ੍ਰੈਚੁਇਟੀ ਦੇ ਤੌਰ ਤੇ ਦੇ ਕੇ ਭੇਜਦੀਆਂ ਨੇ। ਔਰ ਇੱਥੇ ਸਮਾਜ ਦੇ ਵਿੱਚ ਬਹੁਤ ਲਾਲਚੀ ਕਿਸਮ ਦੇ ਲੋਕ ਬੈਠੇ ਹੁੰਦੇ ਨੇ, ਕੁਝ ਬਹੁਤ ਤੇਜ਼ ਤਰ੍ਹਾਂ ਦੀਆਂ ਲੇਡੀਜ਼ ਵੀ ਬੈਠੀਆਂ ਹੈਗੀਆਂ ਨੇ ਜਿਹੜੀਆਂ ਉਹਨਾਂ ਨੂੰ ਆਪਣੇ ਜਾਲ 'ਚ ਫਸਾ ਲੈਂਦੀਆਂ ਨੇ। ਔਰ ਉਹਨਾਂ ਦਾ ਕੁਝ ਉਹਨਾਂ ਦੇ ਆਪਣੇ ਰਿਸ਼ਤੇਦਾਰ ਉਹਨਾਂ ਨੂੰ ਆਪਣੇ ਜਾਲ 'ਚ ਫਸਾ ਲੈਂਦੇ ਨੇ ਤੇ ਉਹਦੀ ਆਪਣੀ ਵਾਈਫ ਦੇ ਬਾਰੇ ਗਲਤ ਗੱਲਾਂ ਕਰਕੇ ਉਹਦਾ ਮਨ ਇਹੋ ਜਿਹਾ ਖੱਟਾ ਕਰ ਦਿੰਦੇ ਨੇ ਕਿ ਉਹ ਆਪਣੀ ਵਾਈਫ ਨਾਲ ਆ ਕੇ ਲੜਾਈ ਕਰਦਾ ਹੈਗਾ, ਬੱਚਿਆਂ ਦੀ ਮਾਰ ਕੁਟਾਈ ਕਰਦਾ ਹੈਗਾ, ਕਈ ਵਾਰੀ ਆ ਕੇ ਮਰਡਰ ਤੱਕ ਵੀ ਕਰ ਦਿੰਦੇ ਹੈਗੇ ਨੇ ਫੌਜੀ। ਸੋ ਇਸ ਕਰਕੇ ਉਹ ਅਸਲ ਮੰਤਵ ਕੀ ਹੁੰਦਾ ਹੈ ਕਿ ਫੌਜੀ ਦੇ ਪੈਸੇ ਖਾਣੇ, ਜਿਹੜੇ ਉਹਨੂੰ 40-50 ਲੱਖ ਰੁਪਇਆ ਮਿਲਿਆ ਹੁੰਦਾ ਹੈ। ਅਸਲ ਲੋਕਾਂ ਦਾ ਮੋਟਿਵ ਇਹ ਹੁੰਦਾ ਕਿ ਉਹਦੇ ਪੈਸੇ ਅਸੀਂ ਖਾ ਲਈਏ, ਇਹਦੀ ਵਾਈਫ ਨੂੰ ਨਾ ਮਿਲਣ ਪੈਸੇ, ਤੇ ਇਹ ਇਸ ਤਰ੍ਹਾਂ ਹੀ ਕੇਸਾਂ 'ਚ ਹੀ ਰੁਲ ਜਾਵੇ। ਸੋ ਇਹ ਉਹਨਾਂ ਦੀ ਸਾਈਕੋਲੋਜੀਕਲ ਕਾਉਂਸਲਿੰਗ ਫੌਜੀਆਂ ਦੀ ਕਰਨੀ ਆਰਮੀ ਅਥਾਰਟੀਜ਼ ਨੂੰ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਾ ਕੇ ਆਪਣਾ ਘਰ ਪਰਿਵਾਰ, ਆਪਣੀ ਪਤਨੀ, ਆਪਣੇ ਬੱਚੇ ਕਿਸ ਤਰ੍ਹਾਂ ਸਾਹਮਣੇ ਹੈਗੇ, ਆਪਣਾ ਪੈਸਾ ਕਿਸ ਤਰ੍ਹਾਂ ਸਾਹਮਣੇ, ਆਪਣੀ ਜਾਇਦਾਦ ਕਿਸ ਤਰ੍ਹਾਂ ਸਾਹਮਣੇ। ਇੱਕ ਨਹੀਂ 10 ਨਹੀਂ 100-150 ਇਹੋ ਜਿਹੇ ਕੇਸ ਮੈਂ ਹੁਣ ਤੱਕ ਹੈਂਡਲ ਕਰ ਚੁੱਕੀ ਹਾਂ ਜਿਹਦੇ ਵਿੱਚ ਬਹੁਤ ਸਾਰੇ ਫੌਜੀ ਆਪਣਾ ਪੈਸਾ ਗਵਾ ਕੇ, ਆਪਣਾ ਪਰਿਵਾਰ ਗਵਾ ਕੇ, ਆਪਣੀ ਪਤਨੀ ਨਾਲ ਤਲਾਕ ਲੈ ਕੇ ਔਰ ਲੜਾਈਆਂ ਝਗੜੇ ਕਰਦੇ ਫਿਰਦੇ ਹੈਗੇ ਨੇ। ਸੋ ਜਿਨ੍ਹਾਂ ਨੇ ਸਾਡੇ ਦੇਸ਼ ਦੀ ਰਾਖੀ ਕੀਤੀ ਹੈ ਉਹਨਾਂ ਦੀ ਰਾਖੀ ਕਰਨੀ ਸਾਡਾ ਫਰਜ਼ ਬਣਦਾ ਹੈਗਾ ਕਿ ਉਹਨਾਂ ਨੂੰ ਸਾਈਕੋਲੋਜੀਕਲੀ ਸੈੱਟ ਰੱਖਿਆ ਜਾਵੇ, ਉਹਨਾਂ ਦੀ ਕਾਉਂਸਲਿੰਗ ਜ਼ਰੂਰ ਹੋਣੀ ਚਾਹੀਦੀ ਹੈਗੀ ਹੈ। ਦੇਖੋ ਅੰਮ੍ਰਿਤਸਰ ਏਰੀਆ ਦੇ ਵਿੱਚ ਤੁਸੀਂ 100-150 ਕੇਸ ਲੜ ਚੁੱਕੇ ਹੋ ਤੇ ਸੋਚੋ ਹੋਰ ਜਗ੍ਹਾਵਾਂ ਦੇ ਵਿੱਚ ਕਿੰਨੇ ਅਜਿਹੇ ਕੇਸ ਹੋਣਗੇ, ਲੇਕਿਨ ਉਹਦੇ 'ਚ ਲਾਈਫ ਫੇਰ ਸਾਰੀ ਵਾਈਫ ਦੀ ਖਰਾਬ ਹੁੰਦੀ ਹੈ। ਪਰ ਇਹਦੇ 'ਚ ਦੇਖੋ ਅਸੀਂ ਜਦੋਂ ਵੀ ਕਦੇ ਗੱਲ ਕਰਨਾ ਚਾਹੁੰਦੇ ਹਾਂ ਵਿਮਨਸ ਬਾਰੇ ਤੇ ਉਹਨਾਂ ਨੂੰ ਲੱਗਦਾ ਸਿਰਫ ਉਹਨਾਂ ਦੇ ਹੱਕ ਬਾਰੇ ਹੀ ਗੱਲ ਕੀਤੀ ਜਾਏ, ਹਾਲਾਂਕਿ ਉਹਨਾਂ ਦੇ ਵਿੱਚ ਵੀ ਕਈ ਗਲਤੀਆਂ ਹੁੰਦੀਆਂ ਜਿਹੜੀਆਂ ਮੁਹਾਵਰੇ ਕਿੰਨੀ ਪੁਰਾਣੇ ਬਣੇ, ਔਰਤ ਹੀ ਔਰਤ ਦੀ ਦੁਸ਼ਮਣ, ਉਹ ਬਣ ਜਾਂਦੀ ਹੈ, ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਕਿਵੇਂ ਬਣ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਉਹਨੂੰ ਵੀ ਸਿੱਖਣੀਆਂ ਚਾਹੀਦੀਆਂ ਕਿ ਕਿਸੇ ਦਾ ਘਰ ਖਰਾਬ ਕਰਕੇ, ਕਿਸੇ ਨੂੰ ਇਸ ਤਰ੍ਹਾਂ ਹਰਟ ਕਰਕੇ ਤੁਸੀਂ ਆਪਣਾ ਘਰ ਕਦੇ ਵੀ ਨਹੀਂ ਬਣਾ ਸਕੋਗੇ। ਔਰ ਇੱਕ ਹੋਰ ਮੁੱਦਾ ਜੋਤੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਸਾਡੇ ਜਿਹੜੇ ਬਹੁਤ ਸਾਰੇ ਲੋਕ ਨੇ ਗੱਡੀ ਲੈ ਲੈਂਦੇ ਨੇ, ਸਕੂਟਰ ਲੈ ਲੈਂਦੇ, ਮੋਟਰਸਾਈਕਲ ਲੈ ਲੈਂਦੇ, ਪਰ ਉਹਦੀ ਇੰਸ਼ੋਰੈਂਸ ਨਹੀਂ ਕਰਾਉਂਦੇ ਹੈਗੇ। ਮੰਨ ਲਓ ਤੁਸੀਂ ਗੱਡੀ ਲਈ ਹੈ, ਤੁਸੀਂ ਉਹਦੀ ਇੰਸ਼ੋਰੈਂਸ ਨਹੀਂ ਕਰਾਈ ਔਰ ਤੁਹਾਡੇ ਕੋਲੋਂ ਐਕਸੀਡੈਂਟ ਹੋ ਜਾਂਦਾ ਹੈਗਾ, ਜਿਹੜਾ ਬੰਦਾ ਮਰ ਗਿਆ ਇੱਕ ਤਾਂ ਉਹਦੀ ਫੈਮਿਲੀ ਨੂੰ ਕੁਝ ਨਹੀਂ ਮਿਲਣਾ, ਜੇ ਬਹੁਤ ਮਿਹਨਤ ਕਰਕੇ ਕੋਈ ਲਾਇਰ ਲੈ ਕੇ ਦਿੰਦਾ ਵੀ ਹੈ ਤੇ ਉਹ ਤੁਹਾਡੀ ਪ੍ਰਾਪਰਟੀ ਅਟੈਚ ਕਰਾ ਕੇ ਫਿਰ ਕੁਝ ਲੈ ਕੇ ਦੇਗਾ, ਫਿਰ ਤੁਹਾਡੀ ਪ੍ਰਾਪਰਟੀ ਜਾਏਗੀ। ਸੋ ਨਿੱਕਾ ਜਿਹਾ ਅਮਾਊਂਟ ਹੁੰਦਾ ਇੰਸ਼ੋਰੈਂਸ ਦਾ ਗੱਡੀ ਨੂੰ ਇੰਸ਼ੋਰ ਕਰਾਉਣ ਦੇ ਲਈ, ਲੋਕ ਉਹਨੂੰ ਖਰਚਣ ਦੀ ਬਜਾਏ ਉਹਨਾਂ ਪੈਸਾ ਬਚਾ ਲੈਂਦੇ ਆ ਔਰ ਐਕਸੀਡੈਂਟ ਦਾ ਤਾਂ ਅੱਜ ਕੱਲ੍ਹ ਪਤਾ ਨਹੀਂ ਕਿਹਦਾ ਕਿੱਥੇ ਐਕਸੀਡੈਂਟ ਹੋ ਜਾਣਾ ਹੁੰਦਾ। ਸੋ ਇਸ ਕਰਕੇ ਅਗਰ ਗੱਡੀ ਤੁਹਾਡੀ ਇੰਸ਼ੋਰਡ ਨਹੀਂ ਹੈਗੀ, ਤੁਹਾਡੇ ਕੋਲੋਂ ਕੋਈ ਐਕਸੀਡੈਂਟ ਹੋ ਜਾਂਦਾ ਹੈ ਤੇ ਉਹ ਤੁਹਾਡੀ ਜ਼ਮੀਨ ਜਾਇਦਾਦ ਵਿਕ ਕੇ ਹੀ ਅਗਲੀ ਪਾਰਟੀ ਨੂੰ ਪੈਸੇ ਜਿਹੜੇ ਉਹ ਮਿਲਣੇ। ਸੋ ਇਸ ਕਰਕੇ ਉਹਦੇ ਤੋਂ ਬਚਣ ਦੇ ਲਈ ਕਿ ਤੁਹਾਡੀ ਜ਼ਮੀਨ ਜਾਇਦਾਦ ਨਾ ਵਿਕੇ, ਇੰਸ਼ੋਰੈਂਸ ਆਪਣੀ ਗੱਡੀਆਂ ਦੀ ਜ਼ਰੂਰ ਕਰਾਓ ਤਾਂ ਕਿ ਇਨ ਕੇਸ ਕੋਈ ਬੰਦਾ ਤੁਹਾਡੀ ਗੱਡੀ ਥੱਲੇ ਆ ਕੇ ਇੰਜਰਡ ਹੋ ਜਾਂਦਾ ਹੈ ਜਾਂ ਮਰ ਜਾਂਦਾ ਹੈਗਾ ਤਾਂ ਉਹਨੂੰ ਵੀ ਇੰਸ਼ੋਰੈਂਸ ਕੰਪਨੀ ਹੈਂਡਸਮਲੀ ਪੇ ਕਰ ਸਕੇ। ਵੈਸੇ ਮੈਂ ਅੱਜ ਆਪਣੇ ਹੀ ਚੈਨਲ 'ਚ ਐਡਮਿਟ ਕਰਦੀ ਹਾਂ ਕਿ ਮੈਂ ਖੁਦ ਆਪਣੀ ਇੰਸ਼ੋਰੈਂਸ ਲਈ ਸੀਰੀਅਸ ਨਹੀਂ ਹਾਂ ਔਰ ਮੈਂ ਪਹਿਲੇ ਲਾਇਰ ਕੋਲ ਹੀ ਸੌਰੀ ਮੰਗ ਲੈਂਦੀ ਹਾਂ ਕਿ ਮੈਨੂੰ ਰੀਅਲੀ ਸੀਰੀਅਸ ਹੋਣਾ ਚਾਹੀਦਾ, ਕਿਉਂਕਿ ਇੰਨੀ ਬਾਰੀਕੀ ਮੈਨੂੰ ਵੀ ਨਹੀਂ ਪਤਾ। ਮੈਨੂੰ ਇੰਨਾ ਹੀ ਪਤਾ ਕਿ ਬਸ ਇੱਕ ਲਾਅ ਹੈ, ਤੁਸੀਂ ਇੰਸ਼ੋਰੈਂਸ ਕਰਾਉਣੀ ਹੈ ਕਰਾ ਲਓ। ਇਸ ਤਰ੍ਹਾਂ ਹੀ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਪਤਾ ਹੀ ਨਹੀਂ ਹੈ ਕਿ ਇਹਦੇ ਫਾਇਦੇ ਕੀ ਹੈ। ਮੈਂ ਖੁਦ ਹੀ ਨਹੀਂ ਸੀ ਸੋਚਿਆ ਕਿ ਅੱਛਾ ਇੱਦਾਂ ਵੀ ਹੋ ਜਾਂਦਾ। ਸੋ ਸਾਰਿਆਂ ਨੂੰ ਹੀ ਇੱਕ ਨਵਾਂ ਵੀ ਮਿਲ ਗਿਆ ਪੋਜ਼ੀਟਿਵ ਪੁਆਇੰਟ ਕਿ ਜਿਨ੍ਹਾਂ ਕੋਲ ਵਾਹੀਕਲਸ ਨੇ ਉਹ ਇੰਸ਼ੋਰੈਂਸ ਜ਼ਰੂਰ ਕਰਾਉਣ, ਮੈਡੀਕਲ ਇੰਸ਼ੋਰੈਂਸ ਜ਼ਰੂਰ ਕਰਾਉਣ, ਸਾਰੀਆਂ ਚੀਜ਼ਾਂ ਜ਼ਰੂਰ ਕਰਾਉਣ। ਹੁਣ ਪਿੱਛੇ ਜੇ ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ, ਉਹਨਾਂ ਦਾ ਇੱਕ ਸਕੂਲ ਵੈਨ ਦੇ ਨਾਲ ਵੱਜ ਕੇ ਐਕਸੀਡੈਂਟ ਹੋ ਗਿਆ। ਹੁਣ ਸਕੂਲ ਵੈਨ ਜਿਹੜੀ ਹੈ ਉਹ ਇੰਸ਼ੋਰਡ ਹੀ ਨਹੀਂ ਸੀਗੀ ਔਰ ਸਕੂਲ ਵੈਨ ਇੱਥੇ ਅੰਮ੍ਰਿਤਸਰ ਦੇ ਇੱਕ ਬੜੇ ਰਿਨਾਊਂਡ ਸਕੂਲ ਦੀ ਸਕੂਲ ਵੈਨ ਸੀਗੀ, ਸਕੂਲ ਦਾ ਉੱਤੇ ਨਾਮ ਵੀ ਲਿਖਿਆ ਹੋਇਆ ਸੀਗਾ।
ਬਟ ਹੁਣ ਸਕੂਲ ਵੈਨ ਜਿਹੜੀ ਹੈ 15 ਸਾਲ ਪੁਰਾਣੀ ਹੈ, ਉਹਦੀ ਲੱਖ 1.5 ਲੱਖ ਰੁਪਏ ਤੋਂ ਵੱਧ ਕੀਮਤ ਨਹੀਂ। ਪ੍ਰੋਫੈਸਰ ਸਾਹਿਬ ਦੀ ਸੈਲਰੀ 1.5 ਲੱਖ ਰੁਪਏ ਸੀਗੀ, ਉਹਨਾਂ ਦੀ ਕੈਲਕੂਲੇਸ਼ਨ ਲਾ ਕੇ ਮਲਟੀਪਲਾਈ ਕਰਕੇ 1 ਕਰੋੜ ਰੁਪਏ ਦਾ ਖਜ਼ਾਨਾ ਜਿਹੜਾ ਮਿਲਿਆ ਹੈ, ਉਹ ਡਰਾਈਵਰ ਕੋ ਕੋਈ ਜਿਹੜਾ ਹੈਗਾ ਮਤਲਬ ਉਹਦੇ ਨਾਮ ਤੇ ਜ਼ਮੀਨ ਜਾਇਦਾਦ ਜਿਹੜੀ ਉੱਥੋਂ ਅਸੀਂ ਲੈ ਕੇ ਦੇਵਾਂਗੇ, ਪਰ ਉਹਦੇ ਜਿਹੜਾ ਹੈਗਾ ਇੰਸ਼ੋਰੈਂਸ ਅਗਰ ਹੁੰਦੀ ਤਾਂ ਇੰਸ਼ੋਰੈਂਸ ਕੰਪਨੀ ਨੇ ਪੇ ਕਰਨਾ ਸੀ। ਤੇ ਹੁਣ ਇਹ ਡਰਾਈਵਰ ਪੇ ਕਰੇਗਾ? ਡਰਾਈਵਰ ਪੇ ਕਰੇਗਾ। ਓ ਮਾਈ ਗॉड। ਹਾਂਜੀ, ਪਰ ਗਲਤੀ ਤਾਂ ਸਕੂਲ ਵਾਲਿਆਂ ਦੀ ਵੀ ਹੈ, ਕਿਉਂਕਿ ਉਹਨਾਂ ਨੇ ਸਕੂਲ ਵਾਲਿਆਂ ਨੂੰ ਪਾਰਟੀ ਬਣਾਇਆ, ਪਰ ਸਕੂਲ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਹੁਣ ਹਾਈ ਕੋਰਟ 'ਚ ਅਪੀਲ ਚੱਲ ਰਹੀ ਹੈਗੀ ਹੈ। ਇੱਥੋਂ ਵਾਲੇ ਜਿਹੜੇ ਜੱਜ ਸਾਹਿਬ ਉਹਨਾਂ ਨੇ ਸਕੂਲ ਵਾਲਿਆਂ ਨੂੰ ਜਿਹੜਾ ਹੈਗਾ ਐਗਜ਼ੋਨਰੇਟ ਕਰ ਦਿੱਤਾ ਕਿ ਸਕੂਲ ਦਾ ਕੋਈ ਕਸੂਰ ਹੀ ਨਹੀਂ ਹੈ। ਜਦੋਂ ਕਿ ਇਹ ਛੋਟੀ ਛੋਟੀਆਂ ਗੱਲਾਂ ਸਾਡੇ ਜੱਜਸ ਨੂੰ ਵੀ ਇਹ ਚਾਹੀਦਾ ਹੈਗਾ ਕਿ ਤੁਸੀਂ ਦੇਖੋ ਜਿਸ ਸਕੂਲ ਦਾ ਉੱਤੇ ਨਾਮ ਲਿਖਿਆ ਹੈਗਾ ਕਿ ਉਹ ਸਕੂਲ ਡਾਇਰੈਕਟਲੀ ਲਾਇਬਲ ਨਹੀਂ ਹੈਗਾ। ਉਹ ਸਕੂਲ ਨੇ ਕਿਉਂ ਨਹੀਂ ਚੈੱਕ ਕੀਤਾ ਕਿ ਇਸ ਡਰਾਈਵਰ ਦੀ ਇੰਸ਼ੋਰੈਂਸ ਨਹੀਂ ਹੈਗੀ ਜਾਂ ਇਸ ਗੱਡੀ ਦੀ ਇੰਸ਼ੋਰੈਂਸ ਨਹੀਂ ਹੈ ਜਾਂ ਇਹ ਗੱਡੀ ਸੜਕ ਦੇ ਉੱਤੇ ਚੱਲਣ ਦੇ ਕਾਬਿਲ ਨਹੀਂ ਹੈ। ਉਸ ਸਕੂਲ ਵੈਨ ਨੇ ਇੱਕ ਪ੍ਰੋਫੈਸਰ ਦਾ ਜਿਹੜਾ ਹੈਗਾ ਐਕਸੀਡੈਂਟ ਕਰ ਦਿੱਤਾ। ਅਗਰ ਉਹ ਸਕੂਲ ਵੈਨ ਖੁਦ ਪਲਟੀ ਖਾ ਕੇ ਡਿੱਗ ਪਏ, ਉਹਦੇ 'ਚ 100 ਬੱਚਾ ਵਿੱਚ ਹੈ ਜਾਂ 50 ਬੱਚੇ ਵਿੱਚ ਹੈ, ਉਹਨਾਂ ਬੱਚਿਆਂ ਦੀ ਲਾਈਫ ਦੀ ਕੀ ਗਰੰਟੀ ਹੈ? ਕੀ ਸਕੂਲ ਵਾਲਿਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਸੋ ਹਰ ਬੰਦਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਹੈਗਾ। ਕਿਸੇ ਨੂੰ ਨਹੀਂ ਪਤਾ ਹੈਗਾ ਕਿ ਵੀ ਮੈਂ 4 ਪੈਸੇ ਬਚਾ ਕੇ ਤੇ ਅੱਗੇ ਕਿੰਨੀਆਂ ਜਾਨਾਂ ਨੂੰ ਮੈਂ ਖਤਰੇ 'ਚ ਪਾ ਰਿਹਾ ਹੈਗਾ। ਪਰ ਮੇਰੇ ਖਿਆਲ ਨਾਲ ਤੇ ਸਕੂਲ ਵਾਲਾ ਵੀ ਉਨਾ ਹੀ ਜ਼ਿੰਮੇਵਾਰ ਹੈ। ਬਿਲਕੁਲ ਜ਼ਿੰਮੇਵਾਰ ਹੈ। ਇਸੇ ਕਰਕੇ ਹਾਈ ਕੋਰਟ 'ਚ ਅਪੀਲ ਪਾਈ ਹੈਗੀ ਹੈ ਔਰ ਹਾਈ ਕੋਰਟ 'ਚ ਹੁਣ ਨਵੇਂ ਲਾਜ਼ ਬਣ ਰਹੇ ਹੈਗੇ ਕਿ ਸਕੂਲ ਵਾਲੇ ਜਿਹੜੇ ਆ, ਪਹਿਲਾਂ ਸਾਰੀਆਂ ਸਾਡੇ ਕੇਸ ਦੇ ਵਿੱਚ ਅਸੀਂ ਉਹ ਇਨਸਟਰਕਸ਼ਨਸ ਕਰਾਈਆਂ ਸੀਗੀਆਂ ਕਿ ਸਾਰੇ ਸਕੂਲਸ ਵਾਲੇ ਜਿਹੜੇ ਆ ਆਪੋ ਆਪਣੇ ਪਹਿਲਾਂ ਦੇਖਣ ਕਿ ਜਿਹੜੀਆਂ ਗੱਡੀਆਂ ਤੁਹਾਡੇ ਬੱਚਿਆਂ ਨੂੰ ਸਕੂਲ 'ਚ ਲੈ ਕੇ ਆ ਰਹੀਆਂ ਨੇ ਕੀ ਉਹ ਗੱਡੀਆਂ ਇੰਸ਼ੋਰਡ ਹੈਗੀਆਂ ਵੀ ਨੇ, ਕੀ ਉਹ ਗੱਡੀਆਂ ਰੈਸ਼ ਡਰਾਈਵਿੰਗ ਤਾਂ ਨਹੀਂ ਕਰ ਰਹੀਆਂ ਹੈਗੀਆਂ, ਕੀ ਉਹ ਡਰਾਈਵਰ ਦੇ ਕੋਲ ਡਰਾਈਵਿੰਗ ਲਾਇਸੈਂਸ ਹੈਗਾ, ਕਿਉਂਕਿ ਇੰਸ਼ੋਰੈਂਸ ਕੰਪਨੀ ਉਦੋਂ ਤੱਕ ਇੰਸ਼ੋਰੈਂਸ ਨਹੀਂ ਦਿੰਦੀ ਜਦ ਤੱਕ ਡਰਾਈਵਰ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੋਵੇ। ਸੋ ਨਿੱਕੀਆਂ ਨਿੱਕੀਆਂ ਟੈਕਨੀਕੈਲਿਟੀਜ਼ ਹੈ। ਮੈਂ ਅਵੇਅਰਨੈਸ ਸਭ ਨੂੰ ਦੇਣਾ ਚਾਹੁੰਦੀ ਹੈਗੀ ਹਾਂ ਕਿ ਬੀ ਅਵੇਅਰ ਤਾਂ ਕਿ ਅਸੀਂ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕੀਏ। ਸੋ ਇਹੋ ਹੀ ਕ੍ਰਿਮੀਨਲ ਪ੍ਰੈਕਟਿਸ ਦੇ ਵਿੱਚ ਜਿਹੜਾ ਹੈਗਾ ਨਾ ਮੈਂ ਤੁਹਾਨੂੰ ਦੱਸਦੀ ਵੀ ਹੈ ਕਿ ਬਈ ਇਹ MACT ਦੇ ਅੰਡਰ ਆਉਂਦਾ ਐਕਸੀਡੈਂਟ ਕੇਸਿਸ, ਬਟ ਜਿਹੜਾ ਹੈਗਾ ਇਹ ਮਤਲਬ ਲੋਕਾਂ ਨੂੰ ਅਵੇਅਰਨੈਸ ਬਹੁਤ ਜ਼ਰੂਰੀ ਹੈਗੀ ਹੈ ਕਿ ਅਵੇਅਰ ਹੋ ਜਾਓ, ਅਦਰਵਾਈਜ਼ ਇਟ ਇਜ਼ ਐਨ ਆਫੈਂਸ। ਹੁਣ ਜਿਹੜਾ ਕੋਈ ਡਰਾਈਵਰ ਜਿਹੜਾ ਬਗੈਰ ਉਹ ਲਾਇਸੈਂਸ ਤੋਂ ਬਗੈਰ ਇੰਸ਼ੋਰੈਂਸ ਤੋਂ ਕੋਈ ਐਕਸੀਡੈਂਟ ਕਰਦਾ ਹੈ, ਉਹਦੇ ਤੇ 304 ਇਹਦੇ ਅੰਡਰ FIR ਦਰਜ ਹੁੰਦੀ ਹੈ, ਉਹਦੇ ਤੇ ਉਹ ਅਲੱਗ ਕੇਸ ਚੱਲਦਾ ਹੈਗਾ। ਔਰ ਇੱਥੇ ਸਾਡੇ ਪੁਲਿਸ ਆਫੀਸਰ ਇੱਕ ਸੀਗੇ, ਉਹਨਾਂ ਨੇ 304 ਇਹਦੀ ਬਜਾਏ 304 'ਚ FIR ਦਰਜ ਕੀਤੀਆਂ ਸੀਗੀਆਂ ਕਿ ਵੀ ਜੇ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ, 304 ਹੁੰਦਾ ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ, ਮਤਲਬ ਕਿ ਮਰਡਰ ਵਾਸਤੇ ਉਹਨਾਂ ਨੇ FIR ਦਰਜ ਕੀਤੀਆਂ ਸੀਗੀਆਂ ਕਿ ਤੁਹਾਡੇ ਕੋਲ ਲਾਇਸੈਂਸ ਨਹੀਂ ਹੈ, ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਹੈ, ਫਿਰ ਤੁਸੀਂ ਗੱਡੀ ਸੜਕ ਤੇ ਦੌੜਾ ਰਹੇ ਹੋ, ਫਿਰ ਤੁਸੀਂ ਕੋਈ ਐਕਸੀਡੈਂਟ ਕਰਕੇ ਬੰਦਾ ਮਾਰ ਰਹੇ ਹੋ, ਇਹ ਮਰਡਰ ਹੈ, ਇਹ ਮਰਡਰ ਹੈਗਾ। ਸੋ ਇਸ ਕਰਕੇ ਜੇ ਤੁਸੀਂ ਗੱਡੀ ਚਲਾ ਰਹੇ ਹੋ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੋਣਾ ਜ਼ਰੂਰੀ, ਤੁਹਾਡੇ ਕੋਲ ਇੰਸ਼ੋਰੈਂਸ ਹੋਣੀ ਜ਼ਰੂਰੀ ਹੈਗੀ ਹੈ। ਅੱਛਾ, ਜਦੋਂ ਕੋਈ ਐਸਾ ਕੇਸ ਹੈ ਲਾਈਫ 'ਚ ਜਿਹੜਾ ਤੁਸੀਂ ਹਾਰੇ ਹੋਵੋ ਤੇ ਤੁਹਾਨੂੰ ਬਹੁਤ ਦੁੱਖ ਲੱਗਾ ਹੈ ਕਿ ਹਾਂ ਮੈਨੂੰ ਇਹ ਕੇਸ ਜਿੱਤਣਾ ਸੀ, ਕਿਉਂਕਿ ਜਦੋਂ ਤੁਸੀਂ ਹਾਰਦੇ ਹੋ ਤਾਂ ਸਾਹਮਣੇ ਵਾਲਿਆਂ ਦੇ ਵੀ ਕਈ ਵਾਰੀ ਤੁਹਾਨੂੰ ਡਿਪੈਂਡ ਹੋਣਾ ਪੈਂਦਾ ਨਾ, ਜੋ ਜੱਜ ਜਾਂ ਅਦਰ ਵਕੀਲ ਕਰਦੇ। ਨਹੀਂ, ਜੋ ਤੇ ਇਸ ਤਰ੍ਹਾਂ ਹੈਗਾ ਕਿ ਸਾਡੇ ਲੈਵਲਸ ਨੇ ਕੋਰਟਸ ਦੇ। ਮੰਨ ਲਓ ਅਸੀਂ ਕੋਰਟ 'ਚੋਂ ਕੇਸ ਹਾਰ ਗਏ, ਵੈਸੇ ਤਾਂ ਵਿਦ ਗੋਡਸ ਗ੍ਰੇਸ ਟੱਚਵੁੱਡ ਅੱਜ ਤੱਕ ਅਸੀਂ ਜਿੱਤੇ ਹੀ ਨੇ ਕੇਸ, ਪਰ ਇਨ ਕੇਸ ਅਸੀਂ ਹਰ ਕੇਸ ਦੇ ਵਿੱਚ ਟੈਕਨੀਕਲ ਵੀ ਕੋਈ ਚੀਜ਼ਾਂ ਹੁੰਦੀਆਂ ਜਿਨ੍ਹਾਂ ਕਰਕੇ ਕੇਸ ਹਾਰਿਆ ਜਾਂਦਾ ਹੈ। ਉਹ ਜ਼ਰੂਰੀ ਨਹੀਂ ਕਿ ਲਾਇਰ ਦੀ ਜਿਹੜੀ ਗਲਤੀ ਕਰਕੇ ਹਾਰਿਆ ਜਾਂਦਾ, ਟੈਕਨੀਕਲੀ ਵੀ ਕਈ ਕੇਸ ਜਿੱਤਣ ਵਾਲੇ ਨਹੀਂ ਹੁੰਦੇ। ਹਾਂ ਬਿਲਕੁਲ। ਸੋ ਉਹ ਇਨ ਕੇਸ ਉਹ ਕੇਸ ਹਾਰਿਆ ਜਾਂਦਾ, ਉਹਦੀ ਅਪੀਲ ਪੈ ਜਾਂਦੀ ਉੱਪਰਲੀ ਕੋਰਟ 'ਚ। ਫਿਰ ਉਹ ਉੱਥੋਂ ਦੇ ਜੱਜਸ ਜਿਹੜੇ ਉਹ ਹੋਰ ਜ਼ਿਆਦਾ ਨੌਲੇਜੇਬਲ ਨੇ ਤੇ ਨਵੇਂ ਕਾਨੂੰਨ ਦੇ ਮੁਤਾਬਕ ਜਾਂ ਨਵੀਆਂ ਇੰਟਰਪ੍ਰੀਟੇਸ਼ਨਸ ਦੇ ਮੁਤਾਬਕ ਕਈ ਵਾਰੀ ਕੇਸ ਉੱਪਰਲੀ ਕੋਰਟ 'ਚੋਂ ਜਿੱਤਿਆ ਜਾਂਦਾ, ਕਈ ਵਾਰੀ ਉਸ ਤੋਂ ਉੱਪਰਲੀ ਕੋਰਟ 'ਚੋਂ ਵੀ ਜਿੱਤਿਆ ਜਾਂਦਾ ਹੈਗਾ। ਸੋ ਅਪ ਟਿਲ ਸੁਪਰੀਮ ਕੋਰਟ ਜਿਹੜਾ ਹੈਗਾ ਉਸ ਕੇਸ ਦੀ ਇੰਟਰਪ੍ਰੀਟੇਸ਼ਨ ਹੋਈ ਜਾਂਦੀ ਹੈ ਤੇ ਉਹ ਕਿਤੇ ਨਾ ਕਿਤੇ ਜਿੱਤਿਆ ਹੀ ਜਾਂਦਾ ਹੈ, ਕਿਤੇ ਨਾ ਕਿਤੇ ਜਿੱਤਿਆ ਜਾਂਦਾ। ਹਾਂਜੀ, ਚਲੋ ਤੁਸੀਂ ਕਿਉਂਕਿ ਕੋਈ ਬੜੇ ਪੋਜ਼ਿਟਿਵ ਹੋ, ਤੁਹਾਨੂੰ ਇਦਾਂ ਦਾ ਕੋਈ ਸਾਹਮਣਾ ਅਜੇ ਤੱਕ ਕਰਨਾ ਨਹੀਂ ਪਿਆ। ਨਹੀਂ, ਵਿਦ ਗੋਡਸ ਗ੍ਰੇਸ ਨਹੀਂ ਕਰਨਾ ਪਿਆ ਹੈਗਾ। ਚਲੋ ਇਹ ਵੀ ਬੜਾ ਲੱਕੀ ਪੁਆਇੰਟ ਹੈ ਜੋ ਸਾਰਿਆਂ ਨੂੰ ਇਨਸਪਾਇਰ ਕਰਦਾ ਕਿ ਜਿਹੜਾ ਜਿੱਤਣ ਦਾ ਇੱਕ ਜਨੂਨ ਹੈ ਜਿਸ ਇਨਸਾਨ ਨੂੰ ਨਾ, ਉਹਨੇ ਹਾਰਨ ਦੇ ਚਾਂਸਸ ਵੈਸੇ ਹੀ ਬਹੁਤ ਘੱਟ ਜਾਂਦੇ ਆ। ਹਾਂ, ਬਾਕੀ ਕੁਝ ਨਾ ਕੁਝ ਦੇਖੋ ਰੇਸ਼ੋ ਤਾਂ ਰਹਿੰਦੀ ਹੈ। ਹਾਂ, 80-20 ਦੀ ਰੇਸ਼ੋ ਤਾਂ ਰਹਿੰਦੀ ਹੈ ਵਕਾਲਤ ਦੇ ਵਿੱਚ। ਸਾਰੇ ਕੇਸ ਜਿਹੜੇ ਆ ਉਹ ਸਕਸੈਸਫੁਲ ਨਹੀਂ ਹੁੰਦੇ ਤੇ ਮਤਲਬ, ਪਰ ਇਹ ਹੈ ਕਿ ਇੱਕ ਲਾਇਰ ਦੀ 80-20 ਦੀ ਰੇਸ਼ੋ ਰਹਿਣੀ ਚਾਹੀਦੀ ਹੈ ਕਿ 80% ਕੇਸ ਜਿੱਤੇ ਜਾਣੇ ਚਾਹੀਦੇ, 20% ਕੇਸ ਉਹ ਤੁਹਾਡੀ ਗਲਤੀ ਕਰਕੇ ਨਹੀਂ, ਉਹਨਾਂ ਦੇ ਟੈਕਨੀਕਲ ਫਾਲਟਸ ਕਰਕੇ ਜਿਹੜੇ ਆ ਜੇ ਕਿਤੇ ਰਹਿ ਜਾਣ ਤੇ ਉਹਦੇ ਲਈ ਤੁਸੀਂ ਕੁਝ ਕਰ ਨਹੀਂ ਸਕਦੇ।